ਜੀਵਨ ਵਿੱਚ ਕੁਝ ਘਟਨਾਵਾਂ ਬਹੁਤ ਡੂੰਘਾ ਅਸਰ ਕਰਦੀਆਂ ਹਨ। ਪੰਜਾਬੀਆਂ ਦੇ ਹਿੱਸੇ ਵੱਡੇ ਕੰਮ ਆਏ, ਵੱਡੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਸੀਂ ਵੱਡੇ ਸਾਕਿਆਂ ਦੇ ਗਵਾਹ ਬਣੇ। ਆਪਣੇ ਪਿੰਡੇ 'ਤੇ ਕਈ ਦਰਦ ਹੰਢਾਏ। 1947 ਲੰਮੀ ਮਿਹਨਤ, ਹਿੰਮਤ ਅਤੇ ਅਗਿਣਤ ਕੁਰਬਾਨੀਆਂ ਨਾਲ ਆਜ਼ਾਦੀ ਹਾਸਲ ਹੋਈ। ਨਾਲ ਦਰਦਨਾਕ ਕੰਢਿਆਂ ਦੇ ਬੀਜ ਯਾਦਾਂ ਵਿੱਚ ਬੋ ਗਈ। ਫਿਰ ਸਮੇਂ ਨੇ ਕੁਝ ਕੰਢਿਆਂ ਨੂੰ ਫੁੱਲ ਬਣਾਇਆ, ਕੁਝ ਪੱਤਿਆਂ ਨੇ ਢਕੇ, ਕੁਝ ਸਮੇਂ ਦੀ ਚਾਲ ਨੇ ਭੋਰ ਦਿੱਤੇ, ਕੁਝ ਨਵੇਂ ਕੰਢਿਆਂ ਨੇ ਪੁਰਾਣੇ ਕੰਢਿਆਂ ਦੀ ਯਾਦ ਦਿਲਾਈ। ਅੱਜ ਇੰਟਰਨੈਸ਼ਨਲ ਮਿਊਜ਼ੀਅਮ ਡੇ 'ਤੇ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ ਬਣਾਉਣ ਵਾਲੀ ਸ਼ਖਸੀਅਤ ਨਾਲ ਮੁਲਾਕਾਤ ਕਰਦੇ ਹਾਂ। ਮਿਊਜ਼ੀਅਮ ਬਣਾਉਣ ਦੀ ਗੱਲਬਾਤ ਜਾਣਕਾਰੀ ਹਾਸਲ ਕਰਦੇ ਹਾਂ ਅਤੇ ਨਾਲ ਆਪ ਸਾਰਿਆਂ ਨੂੰ ਆਪਣੇ ਜੀਵਨ ਅੰਦਰ ਉਹ ਕਹਾਣੀਆਂ ਜਿਨ੍ਹਾਂ ਤੋਂ ਅਸੀਂ ਪ੍ਰੇਰਨਾ ਲੈ ਕੇ ਜਦੋਂ ਕਿ ਹਰੇ ਭਰੇ ਘਰ ਨੂੰ ਛੱਡ ਕੇ ਇੱਕ ਫੁੱਟਪਾਥ ਤੋਂ ਜੀਵਨ ਸ਼ੁਰੂ ਕਰਨ ਵਾਲੇ ਲੋਕਾਂ ਨੇ ਫਿਰ ਮੁੜ ਵੱਡੇ ਮੁਕਾਮ ਹਾਸਲ ਕੀਤੇ। ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਸਟੋਰੀਜ਼ ਨੇ ਉਹ ਇਸ ਮਿਊਜ਼ੀਅਮ ਦੇ ਅੰਦਰ, ਇਸ ਮਿਊਜ਼ੀਅਮ ਦੇ ਜ਼ਰੀਏ ਆਪ ਤੱਕ ਪਹੁੰਚ ਸਕਦੀਆਂ ਨੇ। ਤਾਂ ਇਸ ਮਿਊਜ਼ੀਅਮ ਬਣਾਉਣ ਵਾਲੇ ਨਾਲ ਅੱਜ ਆਪਾਂ ਰੂਬਰੂ ਹੁੰਦੇ ਹਾਂ। ਅੱਗੇ ਵਧਣ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅਸੀਂ ਆਪ ਜੀ ਲਈ ਹੋਰ ਵਧੀਆ ਤੇ ਇਨਸਾਈਟਫੁਲ ਪੋਡਕਾਸਟ ਬਣਾ ਸਕੀਏ। ਪਿਆਰੇ ਦਰਸ਼ਕੋ, ਸਮੇਂ ਦੇ ਨਾਲ ਬਹੁਤ ਸਾਰੀ ਚੀਜ਼ਾਂ ਬਦਲਦੀਆਂ ਨੇ। ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ 450 ਸਾਲਾ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਵਸਾਇਆ ਸੀਗਾ। ਅੱਜ ਅੰਮ੍ਰਿਤਸਰ ਸਾਹਿਬ ਦਾ ਸਰੂਪ ਜੋ ਅਸੀਂ ਦੇਖਦੇ ਹਾਂ ਉਹ ਸਮੇਂ-ਸਮੇਂ 'ਤੇ ਬਦਲਿਆ। ਗੁਰੂ ਸਾਹਿਬ ਦੇ ਗੁਰੂ ਕਾਲ ਦੌਰਾਨ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਮ੍ਰਿਤਸਰ ਸਾਹਿਬ ਦੇ ਉੱਤੇ ਸੋਨਾ ਲਾਇਆ ਗਿਆ ਸ਼੍ਰੀ ਦਰਬਾਰ ਸਾਹਿਬ 'ਤੇ। ਅਤੇ ਸਮੇਂ ਦੇ ਨਾਲ ਜਦੋਂ ਅੰਗਰੇਜ਼ ਹਕੂਮਤ ਦਾ ਪੰਜਾਬ 'ਤੇ ਰਾਜ ਹੋਇਆ ਅਤੇ ਆਲੇ ਦੁਆਲੇ ਦੀ ਬਹੁਤ ਸਾਰੀ ਬਿਲਡਿੰਗਾਂ ਬਦਲੀਆਂ ਗਈਆਂ, ਹਟਾਈਆਂ ਗਈਆਂ ਅਤੇ ਸ਼੍ਰੀ ਦਰਬਾਰ ਸਾਹਿਬ ਦਾ ਅੱਜ ਜੋ ਸਰੂਪ ਹੈਗਾ, ਜੋ ਅਸੀਂ ਦੇਖਦੇ ਹਾਂ, ਬਹੁਤ ਹੀ ਸੋਹਣੀ ਪਰਿਕਰਮਾ, ਘੰਟਾ ਘਰ, ਸਾਹਮਣੇ ਅਕਾਲ ਤਖਤ ਸਾਹਿਬ। ਇਹ ਸਮੇਂ ਦੇ ਨਾਲ ਬਹੁਤ ਕੁਝ ਬਦਲਿਆ। 1984 ਵੀ ਹੋਇਆ, ਪਰ ਅੰਮ੍ਰਿਤਸਰ ਸਾਹਿਬ ਇੱਕ ਨਿਰੰਤਰ ਐਜ਼ ਏ ਸਿਟੀ, ਐਜ਼ ਏ ਸ਼ਹਿਰ ਉਹ ਤਰੱਕੀ ਕਰਦਾ ਰਿਹਾ। ਸੋ ਉਸ ਤਰੱਕੀ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੰਨ 2017 ਵਿੱਚ ਇੱਕ ਮਿਊਜ਼ੀਅਮ ਓਪਨ ਹੋਇਆ ਜਿਹਦਾ ਨਾਮ ਸੀਗਾ ਪਾਰਟੀਸ਼ਨ ਮਿਊਜ਼ੀਅਮ, ਜੋ ਅੱਜ ਵੀ ਅਸੀਂ ਜਦੋਂ ਗਲਿਆਰੇ 'ਚੋਂ ਲੰਘ ਕੇ ਆਈਏ ਅਤੇ ਜਿਹੜੀ ਦਰਬਾਰ ਸਾਹਿਬ ਦੀ ਪਾਰਕਿੰਗ ਹੈ ਉਹਦੇ ਸੱਜੇ ਪਾਸੇ ਪਾਰਟੀਸ਼ਨ ਮਿਊਜ਼ੀਅਮ ਅਵੇਲੇਬਲ ਹੈਗਾ। ਤੁਸੀਂ ਉੱਥੇ ਜਾ ਕੇ 1947 ਦਾ ਜੋ ਸਾਕਾ ਹੈ ਉਹਦੀ ਬਹੁਤ ਸਾਰੀ ਯਾਦਗਾਰ ਉੱਥੇ ਜਾ ਕੇ ਦੇਖ ਸਕਦੇ ਹੋ, ਤਾਜ਼ਾ ਕਰ ਸਕਦੇ ਹੋ। ਅੱਜ ਸਾਡੇ ਨਾਲ ਇੱਕ ਬਹੁਤ ਹੀ ਸਪੈਸ਼ਲ ਗੈਸਟ ਨੇ ਜੋ ਕਿ ਆਥਰ ਵੀ ਨੇ, ਔਰ ਇਹ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਹੈ ਇਹ ਇਹਨਾਂ ਨੇ ਆਪਣੇ ਪੂਰੇ ਸੰਗੀ ਸਾਥੀਆਂ ਨਾਲ ਮਿਲ ਕੇ, ਪਰਿਵਾਰ ਨਾਲ ਮਿਲ ਕੇ ਇਹ ਇਹਨਾਂ ਨੇ ਬਣਾਇਆ ਹੈ। ਸੋ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦੇ ਰਿਚ ਐਕਸਪੀਰੀਅੰਸ ਤੋਂ ਕੁਝ ਸਿੱਖਾਂਗੇ, ਨਾਲ ਹੀ ਇਹ ਜਾਣਕਾਰੀ ਲਵਾਂਗੇ ਕਿ ਇਹ ਪਾਰਟੀਸ਼ਨ ਮਿਊਜ਼ੀਅਮ ਦਾ ਆਈਡੀਆ ਇਹਨਾਂ ਨੂੰ ਕਿਉਂ ਆਇਆ ਅਤੇ ਇਹਨਾਂ ਨੇ ਇਸ ਜੋ ਇੰਨਾ ਵੱਡਾ ਇੱਕ ਪੰਜਾਬੀਆਂ ਦਾ ਦਰਦ ਸੀਗਾ, ਪੂਰੇ ਹਿੰਦੁਸਤਾਨ ਦਾ ਦਰਦ ਸੀਗਾ ਪਾਰਟੀਸ਼ਨ ਦਾ, ਇਹਨਾਂ ਨੂੰ ਕੀ ਮਨ ਬਣਿਆ ਕਿ ਇਹਨਾਂ ਨੇ ਉਸ ਦੇ ਬਾਰੇ ਇੱਕ ਪੂਰਾ ਮਿਊਜ਼ੀਅਮ ਸਟੈਬਲਿਸ਼ ਕੀਤਾ। ਸੋ ਆਪ ਸਾਰੇ ਦਰਸ਼ਕਾਂ ਵੱਲੋਂ ਆਪਾਂ ਸਵਾਗਤ ਕਰਾਂਗੇ ਬਹੁਤ ਹੀ ਸਤਿਕਾਰਯੋਗ ਕੇਸ਼ਵਰ ਦੇਸਾਈ ਜੀ ਦਾ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਮੈਂ ਸੋਚਦਾ ਸੀ ਗਵਰਨਮੈਂਟ ਓਨਡ ਹੋਏਗਾ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਹੈ, ਪਰ ਮੈਨੂੰ ਬਾਅਦ 'ਚੋਂ ਪਤਾ ਲੱਗਿਆ ਕਿ ਇਹ ਪਰਸਨਲੀ ਕਿਸੇ ਦਾ ਐਫਰਟ ਐਂਡ ਯੂ ਆਰ ਦਾ ਪਰਸਨ ਬਿਹਾਈਂਡ ਇਟ। ਸੋ ਪਲੀਜ਼ ਟੈਲ ਅਸ ਇਨ ਡੀਟੇਲ ਕਿ ਇਹ ਤੁਹਾਡਾ ਆਈਡੀਆ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਦਾ ਹੈ, ਇਹ ਤੁਹਾਡੇ ਮਨ ਅੰਦਰ ਕੀ ਗੱਲ ਆਈ ਵੀ ਤੁਸੀਂ ਇਹਦਾ ਪੂਰਾ ਮਿਊਜ਼ੀਅਮ ਬਣਾਇਆ? ਪਹਿਲੇ ਤਾਂ ਮੈਂ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਦੇ ਆਰ ਪਾਰਟਿਸਿਪੇਟਿੰਗ ਇਨ ਟੂਡੇਜ਼ ਸੈਸ਼ਨ। ਔਰ ਕਿਉਂਕਿ ਅਸੀਂ ਵੀ ਚਾਹੁੰਦੇ ਹੈਗੇ ਕਿ ਜਿੰਨਾ ਵੀ ਅਸੀਂ ਕੰਮ ਕਰਦੇ ਹੈਗੇ ਅੰਮ੍ਰਿਤਸਰ ਵਿੱਚ, ਇਟਸ ਅ ਪੀਪਲਜ਼ ਮਿਊਜ਼ੀਅਮ, ਅਤੇ ਸਾਰੇ ਲੋਕੀ ਚਾਹੇ ਇਸ ਦੇਸ਼ ਵਿੱਚ ਵਸੇ ਹੋਏ ਨੇ ਜਾਂ ਬਾਹਰ ਹੈਗੇ, ਦੇ ਸ਼ੁੱਡ ਬੀ ਪਾਰਟ ਆਫ ਦਿਸ ਹੋਲ ਐਕਸਰਸਾਈਜ਼। ਇਟਸ ਪ੍ਰੋਬੇਬਲੀ ਵਨ ਆਫ ਦ ਵੈਰੀ ਫਿਊ ਮਿਊਜ਼ੀਅਮਸ ਇਨ ਦ ਵਰਲਡ ਵਿਚ ਆਰ ਮੇਡ
only by people's participation. ਇਹਦੇ ਵਿੱਚ ਸਰਕਾਰ ਦਾ ਜੀ ਕੋਈ ਹੱਥ ਨਹੀਂ ਹੈਗਾ, ਹੱਕ ਤੇ ਹੈਗਾ, ਹੱਥ ਨਹੀਂ ਹੈਗਾ, ਕਿਉਂਕਿ basically building ਉਹਨਾਂ ਦੀ ਹੈਗੀ town hall. It's a very beautiful building. We are very grateful to the government that they gave us this building in, this was given to us in 2016. And specific जो special idea था था that it would be used for making the partition museum, which, yes, you are correct, the idea came from me. And it was very much part of my growing up years, listening to the stories of partition, and also part of Punjab and Bengal and many other parts of the, we know that even Kashmir was partitioned, so many other places were partitioned. Ji dard jo siga, I was always a little sad that there was no documentation of this national tragedy. And of course, it is also an international tragedy, because many of the heartbreaking events which happened subsequently happened also because of the partition. I mean, historically, आज तक बहुत सारी चीज़ें हो रही हैं देश में, इस देश में बाहर भी, जो partition से related हैं. But we were not going into that. What we were going into was mainly like my parents and their friends and so many other people that I came across who had to leave their homes overnight. And it was 20 million that crossed the borders from both sides. Or it was, such a heartbreaking story, such an important story, so much, not just because of what happened to the people, but also because how inspirational they were. मतलब उन्होंने इतना देश के लिए भी काम किया, having lost everything. Many of them did not stop. They carried on with their lives. They educated their children, even though they had very little means. उन्होंने घर भी पीछे रह गए. So I think the inspiration came from first my parents and their courage, because they never ever said anything divisive. मतलब उन्होंने कभी भी ये नहीं किया कि बंटवारा चंगा सीगा. उन्होंने ये किया कि ਅਸੀਂ ਤੇ ਬਹੁਤ रल मिल के रहंदे सीगे. Our best friends, Hindus, Muslims, Sikhs, Christians, Parsis, whoever were there, because both of them at that time were living in Lahore. They were young at that time. My mother was only 13. My father was around 23. 10 saal da farak sika. They didn't know each other at that time. So, but their experiences were always secular experiences, and they said, okay, religion te fark hega, but that didn't impact us. We continued to be friends. We lived peacefully. We lived very well. So it wasn't as though this hatred simmering or something. This was a political narrative which came out, which I think was very shocking for their families also, because suddenly जो घर बसे हुए थे वो उजड़ गए, and all of them had to leave. So for me, listening to these narratives, listening to what happened to them and their friends and their parents and my grandparents, I felt कि कुछ तो एक मेमोरियल तो होना चाहिए. दुनिया भर में एक स्टैचू नहीं है, एक स्कल्पचर नहीं है, there is no space that anyone, if you want to mourn or remember your ancestors, or you want to think about that experience, there's nowhere in the world that you can go. Look at जैसे Jews ने बनाया है, they've made Holocaust museums all over. आप जहाँ भी जाओगे उनका दुख दर्द आपको समझ में आ जाएगा. स्टोरी ਤੁਹਾਨੂੰ हाँ बिल्कुल. हुन ਇੱਥੇ ਕੋਈ नहीं, कुछ नहीं सीगा. So then I was very, very keen कि किसी तरह भी, I know that it's a very difficult story to tell. So therefore I thought कि best is कि the people should make it. So then I gathered, I put together a trust. I did an outreach with people. I mean, it's a very long story, but I'm just saying that the main purpose of this was not to, the politicians are there because after all कहानी सुना रहे हो तो आपको पूरी कहानी सुनानी पड़ेगी. But the main focus, we have 14 galleries in Amritsar, and if you go there you will see that most of them, almost all of them, have oral histories.
which the people have themselves recorded with us. They've given us their objects, what they carried across the border. They gave us whatever material they had related to the, and of course we did a lot of work ourselves to put together that museum. So it was a dream. I would say I had that dream for almost 25 years before I actually got down to it, because जी museum बनाना सौखा कम नहीं हैगा. It's a very very difficult task, and because it was also 17,000 square feet which we had, and we had no money, we had no collections, we had nothing, we didn't even have an office. सारा काम मेरे घर च होंदा सीगा initially, and हाँ जी, it was and people used to donate whatever they had. थोड़ा जिहा पैसा इत्थे उत्थों इकट्ठा करके शुरू विच ਅਸੀਂ ਦਿੰਦੇ ਸੀਗੇ, मतलब my family, my friends, and other people who, when they heard close group jala it became wider, thanks to the media. Actually, we didn't have any way to reach out to the people, but the media found out that, and we did some exhibitions through that narrative. Then people judne lag gaye. So there are thousands of stories which are inside that museum. So it's a totally people's museum. Wow. So ਦੋ ਮਹੱਤਵਪੂਰਨ ਕਿਰਦਾਰ ਜੋ ਤੁਸੀਂ ਮੈਂਸ਼ਨ ਕੀਤਾ ਉਹ ਸੀ ਤੁਹਾਡੇ ਮਾਤਾ ਜੀ, ਜੋ ਉਸ ਵੇਲੇ 13 ਸਾਲ ਦੇ ਸੀ ਐਟ ਦ ਟਾਈਮ ਆਫ ਪਾਰਟੀਸ਼ਨ, ਤੇ ਫਾਦਰ ਸਾਹਿਬ ਜੋ ਉਸ ਵੇਲੇ 23 ਸਾਲ ਦੇ ਸੀ. ਸੋ ਉਹਨਾਂ ਦਾ ਨਾਂ ਤੇ ਉਹਨਾਂ ਦੀ ਸਟੋਰੀ ਸੰਖੇਪ ਅੰਦਰ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ. I'll tell you. My mother, as I said, that time she was in school. Her name was at that time Rajni Khanna, but then of course became Rosha, which was her married name, and my father's name was Padam Rosha. And Sankshet which ji eh siga that my grandfather was an advocate at that time, doing very well settled in Lahore. They had a big house, and everybody, ghoda gadi, ye servants, everything was there. And then he heard that there was going, like everybody else heard, in June of 1947 when Mountbatten came, that there was going to be a partition of India. And he didn't believe it. I mean, he said, ho hi nahi sakta hai ki tusi country da batwara, and then that means that means we will remain where we are. Maybe the place will be divided, but we don't have to go anywhere. This is what he thought. Right? So they were well settled. They never had any plans to move. And my father was doing his PhD in Government College, Lahore. And he was also, with his friends, he was studying. He was giving actually the civil services exam, Ovi Ditta Sigauthe. But he had many other plans, of what he was going to do with his life. His father was a doctor in Multan. So they were all spread out, everywhere. Right. So, but when they realized in August कि अब तो यहाँ रह नहीं सकते हैं, कोई नहीं रहता, we have to leave. So my mother's family left overnight with just one small suitcase, 4 children. Luckily my grandfather had a car, so gaddi which, but they just crossed the, there was no border. They just ਗੱਡੀ ਵਿੱਚ ਜੋ ਪਰਿਵਾਰ and पर एक छोटा ਜਿਹਾ steel trunk ਉਹਨੂੰ ਲੈ ਕੇ ਤੇ ਅੰਮ੍ਰਿਤਸਰ ਚਲੇ ਗਏ, because my grandmother was from Amritsar, and she had a sister who had a house in Amritsar. So they said ਕਿ ਅਸੀਂ ਉੱਥੇ ਜਾਂਦੇ ਹਾਂ. But the problem was in August a lot of people used to take their vacations, holidays. they ਜਾਂਦੇ ਸੀਗੇ ਤੇ ਘਰ ਤੇ ਬੰਦ ਸੀਗਾ, nobody was expecting them to come. So they were in the veranda, then somehow then the sister came back, and that way. So from being a very well settled house, they lost everything. And my grandmother then requested my grandfather, but my mother always used to say we were the lucky ones, nobody died, nahi to itne log hi mar gaye, and they also lost relatives whom I also know nothing about. We they just disappeared in that huge holocaust, you can call it, that took place, the tragedy that took place. So my grandmother asked my grandfather ke tusi ja ke kuch la sakde hoge, because she had nothing. She had, I have just this small suitcase and all these children, some little jewelry she had, whatever, bas wahi siga. And so then he went back with a truck. A lot of people did go back to try and salvage something, but ਉਹਨਾਂ ਦਾ ਇਹ ਸੀਗਾ ਕਿ ਜਦੋਂ ਘਰ ਪਹੁੰਚੇ ਆਪਣੇ ਜੋ ਪੁਰਾਣਾ ਸੀਗਾ ਉਹਦੇ ਚ already there were people living. ਉਹੀ ਤਾਂ refugees ਸੀਗੇ,
they went from here to अच्छा, उन्होंने India, occupy they करना। उन्होंने ऑक्यूपाई कर लिता सीगा, and they were using all their material, मतलब जो भी हैगे बर्तन कपड़े जो भी उन्होंने मिला सीगा, after all they were also helpless, what could they do? So my grandfather, he was a thorough gentleman, and he said कि मैं अब क्या मांगू, I can't say कि ये मेरी सारी चीजें मुझे दे दो. He couldn't ask. So the only things he brought back were some books of his library. He had a big library, and one of those books then my parents, loaned to the museum. And but it's not like that is the only thing we have now of their life in Lahore. It's the only remembrance that we have, because वो तो फिर उसके बाद तो चला गया. Then they had to start from scratch. Their life had to begin all over again. And for my father, he had already given the civil services exam, and he and his father, my paternal grandfather, then they crossed the border together. But he said the scenes were so horrific, के याद कर दे उन कह रहे थे कि लोग की मर रहे ने भूखे, and those वो काफिलास जो चल रहे हैगे ऐसा ना मीला दूर तक, you just see that abadi trying to move from here to there. He said it was horrific. It was like a nightmare. Anyway, he gave his exam in pre-partition India for the civil, and then he joined the India's first police service. Okay. In 1948. He cleared the civil service. He cleared, then he joined the police service in 1948. So he was, you can say, one of the fortunate people who had a job when finally the partition took place. But it was, I don't think they ever really, forgot the life they had. There was always a longing. We used to keep going back to Pakistan, because we were lucky. Papa was posted that time, in Punjab and so on. So we must have gone across the border. They also, as a young couple, after they got married, they used to keep going, meeting their friends. Because see, Government College Lahore meant lot of the civil servants, lot of the people who are in important posts, both sides of the border. It was a very well recognized college of India, of undivided India. So a lot of people came from that background. So he had a lot of friends on that side and this side. And one narrative I'll give you is, to just show you how soft the borders were when, of course, we had those incidents in Kashmir and so on, but in Punjab and Bengal, you can say that the borders were not so rigid for many years. So he was this young police officer posted in Amritsar. And then one day, Lata Mangeshkar came to see him, with 4 or 5 people from Bombay. And she said, Rosha Saab, you have to help us because we want to meet the Nightingale of, Pakistan, So can you just make Noor Jahan, can you just arrange a meeting, because she had left. As you know, many of the Muslim artists, performers, cultural people, writers, they had left, and there was this. Some of them didn't want to go, but somehow they felt they were forced to go, like Manto and so on. Right. So I'm just saying कि ये जो migration हुई थी, ये लगता है कि काफी दिल टूट गए थे in that migration. Painful. हाँ. But then see, the memories didn't fade. So the first thing she did was she came and asked Lata Mangeshkar, can you fix a meeting for me? I want to meet Noor Jahan. And so my dad then arranged, he called up his friends on the other side of the border. He had lots of friends. And they said, Acha, assi onanu le aande to see Lata Mangeshkar. So they met at the border. अच्छा. And then they उधर से वो कबाब वगैरह लेके आए, इधर से भी वो कुछ खाने की चीजें लेके आए. They had the picnic on the border. उस time, it wasn't what it is today. And वो गाने गुने गाए और ये वो, इकट्ठा सबके सब. It was so lovely. When my dad tells the story, he really literally used to get those tears in his eyes. What a beautiful moment it was. And nobody wanted to go. उधर से भी लोग जाना नहीं चाह रहे थे घर, इधर से. It was like a live performance. Then finally, of course. ਮੈਂ ਤੁਹਾਡੀ ਗੱਲ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਵੀ ਆਮ ਲੋਕਾਂ ਦੇ ਵਿੱਚ ਨਾ ਤਾਂ ਐਕਸਪੈਕਟੇਸ਼ਨ ਸੀ ਵੀ ਪਾਰਟੀਸ਼ਨ ਹੋ ਰਿਹਾ. ਇੱਕ ਤਾਂ ਲੇਡੀ ਦੀ ਮੈਨੂੰ ਨਾਂ ਨਹੀਂ ਧਿਆਨ, ਪਰ ਮੈਂ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਕਿ ਉਹ ਆਏ ਸੀ
ਇਹ ਸੋਚ ਕੇ ਕਿ ਮਹੀਨੇ 2 ਮਹੀਨੇ ਬਾਅਦ ਸਭ ਕੁਝ ਠੀਕ ਹੋ ਜਾਏਗਾ ਤਾਂ ਵਾਪਸ ਆਪਣੇ ਘਰ ਚਲੇ ਜਾਣ, ਜੀ ਜੀ ਜੀ, ਬਟ ਉਹ ਕਦੇ ਵੀ ਨਹੀਂ ਹੋਇਆ। ਨਹੀਂ ਸੋ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ। ਔਰ ਇਹ ਤੁਸੀਂ ਇਸ ਪਰਸਪੈਕਟਿਵ ਨਾਲ ਦੇਖੋ ਵੀ ਜਿਨ੍ਹਾਂ ਦਾ ਸਿਰਫ ਲੋਕਾਂ ਦੇ ਨਾਲ ਜੁੜਾਵ ਸੀਗਾ, ਉਹਨਾਂ ਨੇ ਇੰਨਾ ਪੇਨ ਮਹਿਸੂਸ ਕੀਤਾ ਜੋ ਤੁਹਾਡੇ ਪੇਰੈਂਟਸ ਦੇ ਤੋਂ ਤੁਹਾਨੂੰ ਪਤਾ ਲੱਗਿਆ, ਤੇ ਜਿਨ੍ਹਾਂ ਦਾ ਧਰਤੀ ਨਾਲ ਜੁੜਾਅ ਸੀਗਾ, ਜਿਨ੍ਹਾਂ ਦੇ ਖੇਤ ਖਲਿਆਣ ਸੀ ਪੁਰਖਿਆਂ ਦੇ, ਜਾਂ ਬਾਬੇ ਨਾਨਕ ਦੀ ਵਿਰਾਸਤ ਉੱਥੇ ਦੀ ਸਾਰੀ ਕਿੰਨੀ ਦੂਰ ਦੂਰ ਤੱਕ, ਮੁਲਤਾਨ ਤੱਕ, ਕਿੱਥੇ ਕਿੱਥੇ ਤੱਕ ਗੁਰਦੁਆਰੇ, ਸਭ ਕੁਝ, ਉਹ ਸਭ ਕੁਝ ਛੱਡ ਕੇ ਜਿਨ੍ਹਾਂ ਦਾ ਰਿਲੀਜੀਅਸ ਬੈਕਗਰਾਉਂਡ ਵੀ ਉਸ ਪਰਟੀਕੂਲਰ ਇਲਾਕੇ ਤੋਂ ਸੀਗਾ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਜ਼ਿਆਦਾਤਰ ਜਿਹੜੇ ਨੇ ਉਹ ਸਿੱਖ ਕਮਿਊਨਿਟੀ ਤੋਂ ਨੇ। ਸੋ ਮੇਰਾ ਅਗਲਾ ਸਵਾਲ ਤੁਹਾਡੇ ਤੋਂ ਇਹ ਹੈ ਕੇਸ਼ਵਰ ਜੀ ਕਿ ਤੁਸੀਂ ਆਪ ਉਸ ਵੇਲੇ ਨਹੀਂ ਸੀ, ਤੁਸੀਂ ਇੱਕ ਇੰਡੀਪੈਂਡੈਂਟ ਇੰਡੀਆ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਆਫਟਰ ਪਾਰਟੀਸ਼ਨ ਵਾਲਾ ਇੰਡੀਆ ਵੀ ਕਹਿ ਸਕਦੇ ਹਾਂ, ਜੁਆਇੰਟ ਇੰਡੀਆ ਦੇ ਵਿੱਚ ਤੁਸੀਂ ਨਹੀਂ ਰਹੇ। ਤੇ ਤੁਹਾਡੇ ਪਰਸਪੈਕਟਿਵ ਅੰਦਰ ਜਦੋਂ ਆਪਾਂ ਸਕੂਲ 'ਚ ਪੜ੍ਹੀਦਾ, ਕਾਲਜ ਅੰਦਰ ਪੜ੍ਹੀਦਾ ਹੈ, ਬਹੁਤ ਸਾਰੇ ਹਿਸਟੋਰੀਕਲ ਬੁੱਕਸ ਵਿੱਚ ਤਾਂ ਕਾਫੀ ਸਾਰੀ ਹੇਟਰੇਟ ਹੈ। ਫਿਰ 2 ਵੱਡੇ ਵਾਰ ਵੀ ਹੋਏ ਪਾਕਿਸਤਾਨ ਦੇ ਨਾਲ। ਸੋ ਇੱਕ ਉਹ ਬਜ਼ੁਰਗ ਸੀ ਜਿਹੜੇ ਉੱਥੋਂ ਆਏ ਤੇ ਉਹ ਕਹਿੰਦੇ ਅਸੀਂ ਤਾਂ ਕਦੇ ਆਉਣਾ ਵੀ ਨਹੀਂ ਚਾਹੁੰਦੇ ਸੀ, ਸੋਚਿਆ ਵੀ ਨਹੀਂ ਸੀ, ਤੇ ਹੁਣ ਜੋ ਹੋ ਗਿਆ ਸੋ ਮੈਂ ਐਕਸੈਪਟ ਕੀਤਾ। ਸੋ ਇਹਦੇ ਵਿੱਚੋਂ ਪਰਸਪੈਕਟਿਵ ਜੋ ਉਹ ਲੋਕ ਲੈ ਕੇ ਆਏ ਸੀ, ਜੋ ਅਸਲ 'ਚ ਇੱਕ ਦੂਜੇ ਨੂੰ ਜਾਣਦੇ ਸੀ, ਜਿਨ੍ਹਾਂ ਦੇ ਵਿੱਚ ਇੱਕ ਦੂਜੇ ਲਈ ਅੱਜ ਵੀ ਸਤਿਕਾਰ ਸੀ, ਜਦਕਿ ਉਹਨਾਂ ਨੇ ਰਸਤੇ ਅੰਦਰ ਇੰਨੀ ਮਾਰਕਾਟ, ਇੰਨਾ ਜ਼ੁਲਮ ਹੁੰਦਾ ਦੇਖਿਆ ਸੀਗਾ, ਪਰ ਉਹਨਾਂ ਨੂੰ ਇਹ ਤਾਜ਼ਾ ਸੀਗਾ ਕਿ ਸਾਡੇ ਅਸਲ ਲੋਕ ਇਸ ਤਰ੍ਹਾਂ ਦੇ ਨਹੀਂ ਸੀਗੇ, ਦੋਨੋਂ ਪਾਸੇ ਅਕ੍ਰੋਸ ਦ ਬਾਰਡਰਸ। ਵਰਸਸ ਜਿਹੜਾ ਬੱਚਾ ਅੱਜ ਪੈਦਾ ਹੋਇਆ ਜਾਂ ਆਫਟਰ ਪਾਰਟੀਸ਼ਨ ਪੈਦਾ ਹੋਇਆ, ਜੋ ਸਾਨੂੰ ਦੱਸਿਆ ਗਿਆ ਵੀ ਉੱਥੇ ਦੇ ਲੋਕਾਂ ਨੇ ਇੱਥੇ ਦੇ ਲੋਕਾਂ ਦੇ ਨਾਲ ਇੰਨਾ ਕੁਛ ਕੀਤਾ, ਜਾਂ ਇੱਕ ਕਿਤਾਬ ਹੈਗੀ ਹੈ ਉਹਦੇ 'ਤੇ ਮੂਵੀ ਵੀ ਬਣੀ ਹੈ, ਦ ਟ੍ਰੇਨ ਟੂ ਪਾਕਿਸਤਾਨ। ਸੋ ਉਹ ਸਭ ਚੀਜ਼ਾਂ ਜੋ ਅਸੀਂ ਦੇਖਦੇ ਹਾਂ, ਤਾਂ ਤੁਹਾਡਾ ਕੀ ਇਹ ਪਰਸਪੈਕਟਿਵ ਦੇ ਵਿੱਚ ਸਾਡੇ ਬਹੁਤ ਫਰਕ ਹੈ ਦੋਨੋਂ ਪਾਸੇ? ਨਹੀਂ ਜੀ, ਮੈਨੂੰ ਇੰਝ ਲੱਗਦਾ ਹੈਗਾ that there is no need to think at all like that, because the museum we have made in many ways is a museum dedicated to what I always say, love, loss and longing. It is a peace museum. It is meant to inculcate peace in all of us, so that है ना, शांति नाल तुसी सुख शांति नाल रहो, नहीं तो see the consequences. तुसी इस म्यूजियम में जाके तुसी देखो बंटवारे नाल की होंदा हैगा, it's not worth it. तो then you come to the last gallery, which is the Gallery of Hope. And in the Gallery of Hope, for example, in Amritsar, so you go through and then you see ke Batwara, how it impacted what we discussed, culture, everything, every aspect, music, newspapers, even the cricket team, matlab everything got divided, crockery, cutlery, Rashtrapati Bhavan ki jo bhi thi, the banks, everything was divided. So, you know, it was a very painful moment, and also a huge, not only a spiritual loss like you said, but also a loss which went beyond even comprehension. क्योंकि लोगां जब loss होया ना, जितने लोग ही मर गए, ਉਹਦੇ ਵਿੱਚ ਅੱਜ तक I always used to feel so bad that we don't have the names. We don't have the names because कैसे हम उनको याद करें जिनके नाम ही नहीं है, और जो बच्चे पैदा होते होते मर गए उनको तो आज कोई भी नहीं याद कर सकता because the parents themselves abandoned them. मतलब in that whole horde of reaching some security. So you can imagine the pain. These are the birth pangs of 2 nations which are being, India was there, but it was a truncated India which was being born, and it was a fully formed Pakistan, you know, which was being born. So ਉਹਨਾਂ ਦੀ birth pangs itni severe sigi that it is something we must always remember. So the Gallery of Hope, which is the last gallery in both our museums in Amritsar as well as in Delhi, talks about the inspirational stories. मतलब कि आजकल दे बच्चे ते you know ਉਹਨਾਂ ਦਾ mobile phone खो जाता है and they think, oh my god, I'll never be the same again, मेरी सारा memories मर गए, ये हो गया वो हो गया, and all they get into पागल हो जाते हैं, 2 दिन उसके साथ नहीं रहे. These people lost everything and look what they achieved. So we
track those stories. So it's not just, and then we have a lot of stories in both the museums where communities are helping each other survive, you know. So, for example, what happened to the women, we all know. I mean, there was so much pain that was inflicted on them. Right. Physical pain, mental pain, torture, abandoning from their own families. अगर कोई बेचारी घर भी आ गई तो they would not accept her. Sometimes उनके खुद ही पेरेंट्स गला काट देते थे. You know, वेल में कूद गए, पॉइजन दे देते They थे. died not to face disrespect. Yes, You know, yes. They So, prefer you know, dying instead of disrespect. I don't know if they preferred, but certainly their families didn't want them to experience that. So I don't think those ladies had a choice. So I'm just saying they were not asked, do you want to do this or that? But so we have whole, parts of the gallery, both in Amritsar and in Delhi, that are dedicated to the women because, and what happened to them. But we have also stories of how this, एक फुलकारी उधर है अमृतसर में where which was donated by this family whose there was a woman, a Hindu woman who was rescued by a Muslim. तो this फुलकारी belonged to her. तो उन्होंने वो हमें दी कि ये भी होता है. And similarly in Delhi we have narratives where there is this doctor who works in Chandni Chowk, a Hindu doctor, and she just hid all these Muslim kids in her room so that they could be safe. They could be safe. And I have many stories we have many stories like this where the Muslims help the Hindus help the Muslims. So it was because they actually lived peacefully for so many years. They couldn't understand ye katleam kyun ho raha hai. It was ultimately over property, over money, and it is always driven not by the ordinary people but by the people who are looking for a bit of profiteering के लिए, अपने जेबें भरने के लिए, Profit out of the division. pain of others. Like कोई vulnerable है तो उसको आप जो उसके पास भी है वो भी आप छीन लो. Why not? They can't find. खुला मौका. हाँ, खुला मौका हो गया ना सब दे लई. This was the other tragedy. What I'm trying to say is a lot of it was because though both countries were trying hard to keep the people safe, it was not possible because 1947, 15th of August, 14th for Pakistan, 15th for India, the British left. मतलब now you are two independent nations, now you do what you like. So which meant कि उनके जितने भी officers थे, they just stopped working. We had, of course, the Viceroy. I mean, Lord Mountbatten was there and so on. But this was a completely new administration. They were not prepared for this kind of, big migration which was taking place. And the migration was taking place because they were people after the homes and properties, not everybody. But there were people behind the women also. हाँ, because right. एक या दो ही instances होते हैं और फिर आग लग जाती है. Because वो कान सुनी बात, अच्छा उन्होंने उस गांव में ये हुआ, उस गांव में हुआ, उस गांव में. So if चलाई भी जाती है. Because वो रावलपिंडी विचों शुरू हुई. I mean, we've tracked the whole thing, how it started from all these rumors began from there, and they were very violent things happening there. We have recordings of women, not video recordings, but oral history recordings, women who were forced to jump into fires, into this, that, and also narratives in, So we know that a lot of it was pure instigation. There are always land grabbers. There are always people who want to profiteer from the pain of the others. So I think this we must remember, that the administration at that time had collapsed, and you can see it in all the oral histories. There is hardly any police, there is hardly any person, the army, though they used to send, but ek ya do jawan ki kar lenge, on a train full of migrants. And kadi wo religion da problem sigha, it depended which religion you were coming and where the train was going. So in that chaos a lot of lives got lost. So, for example, when I was researching in a file actually which lies in a library, the National Library in the UK, we had to do a lot of research because this kind of museum had never been set up before. So there was never a collection. लोगों ने किताबां ते लिखियां सीगियां, but you can't make a museum based on a book.
People जी, don't come to read. Right. You have to give the photographs. You have to give the visual evidence that what you're talking, because people go through the thing. You have to give the audio evidence. You have to give the music. You have to give to make it real. Ji, The ji. poetry, the narratives. So there was a lot of work. So I went into some files, and for example, there is already pre-partition riots taking place in Bihar, for example. Ji. And there is an exchange between the officers at that time, the army and the civil authorities. What should we do? So they said, okay, we'll try and stop the riots. ऐसे करेंगे, वैसे करेंगे. But then they say, अच्छा अब 2 दिन तो बाकी हैं. ये तो independence को. These are the British talking to each other, and everything. That is one thing good about the British. They document everything, whether it is good, bad, or it goes in their favor or it doesn't. फाइलें तो रखते सीगे ना, maintain. जी, जी, They, जी. through that, then it is. For me, it was such a shock that the only solution they had was, "Acha, now it's 15th August. We are done." And the file is closed. So whether the riots were contained or not contained, there are many stories, many stories which were left undocumented. Which is why I always felt at least there should be one place where people can come. They can also talk to about their pain, share their sorrow. Their children will understand what they went through, and even if they are no more, like my father is no more, he gave us his story and everything. We recorded it before he passed. But now my mother has had a stroke, so she can't speak either. तो ये तो घर घर की कहानी है ना. हम जी, जी. अपने जो बुजुर्ग हैं उनके दुख दर्द तो हम सुनने को तैयार ही नहीं है. हमें पता ही नहीं कि उनके साथ क्या क्या बीती. So this was for me a homage to them. My humble respect to a generation that very silently went through one of the greatest traumas. And we had no television like today. We're sitting and looking at the Iran war, Iraq war. कुछ नहीं था उस जमाने में. उन बेचारों के पास many of them didn't have radios. उनको पता ही नहीं था कि क्या हो रहा है. जी, फिर जी. भी उनकी इतनी जिल्लत हुई, humiliation हुई. They were left starving on the road from हरे भरे घर, हरे भरे खेत, और एकदम से ये सब होता है उनके साथ. 500 ਕਿੱਲੇ ਦੇ ਮਾਲਕ ਨੂੰ ਭੁੱਖਾ ਰਹਿਣਾ ਪਿਆ. ਜੀ. ਫਿਰ ਸ਼ੁਰੂ ਤੋਂ ਮਜ਼ਦੂਰੀ ਕਰਕੇ ਕਿਸੇ ਦੇ ਕੋਲ ਫਿਰ ਰੋਟੀ ਖਵਾਣੀ ਪਈ. ਇਹ ਵੱਡੀਆਂ ਗੱਲਾਂ. But ਇਹ ਬਹੁਤ ਚੰਗੀ ਗੱਲ ਹੈ. As I said, the other inspirational thing was none of them begged. So जी. we have so many stories, so many of my friends who are now living in, like in the most posh colonies in जी, Delhi, जी. golf links and things like that. And their grandfather came with nothing. Janpat te usne na choti ji ek mat. He was a very well-to-do trader in pre-partition India. और the mat बिछा के चीज़ां बेचदे सीगे. ਹੁਣ ਦੇਖੋ ਮਿਹਨਤ ਤੇ ਕੀਤੀ ਨਾ. ਮੈਂ ਆਪਣੇ ਦਰਸ਼ਕਾਂ ਲਈ ਇੱਕ ਸ਼ੇਅਰ ਕਰਾਂਗਾ. ਮੈਂ ਜੌਬ ਕਰਦਾ ਸੀ ਜੀ ਅੰਦਰ ਸਨ 2004-5 ਦੀ ਗੱਲਾਂ ਕਰਾਂਗਾ. ਤੇ ਮੇਰੇ ਮੈਨੇਜਰ ਦੀ ਜੋ ਵਾਈਫ ਸੀ, ਉਹਨਾਂ ਦੇ ਬਜ਼ੁਰਗ ਇੱਥੇ ਚਾਂਦਨੀ ਚੌਕ ਦੇ ਵਿੱਚ ਉਦੋਂ ਚੀਨੀ ਦੀ ਬੋਰੀ ਲਿਆ ਕੇ ਵੇਚਦੇ ਸੀਗੇ. ਗੁੜ ਦੀ ਬੋਰੀ ਲਿਆ ਕੇ ਵੇਚਦੇ ਸੀ, ਤੇ ਜਿਸ ਭਾਅ ਆਉਂਦੀ ਸੀ ਉਸੇ ਭਾਅ ਵੇਚ ਦਿੰਦੀ ਸੀ. ਤੇ ਜਿਹੜੀ ਬੋਰੀ ਹੁੰਦੀ ਸੀ ਨਾ, ਉਹਦੇ ਪੈਸੇ ਮਿਲਦੇ ਸੀ. ਉਹ ਕਮਾਈ ਸੀ ਉਹਨਾਂ ਦੀ, ਜਿਹਦੇ ਪੈਸੇ ਮਿਲਦੇ ਸੀਗੇ. ਤੇ ਇਸ ਤਰ੍ਹਾਂ ਹੋਰ ਅੱਜ ਉਹ ਦੇ ਆਰ ਦ ਵੈਲ ਆਫ ਇਨ, ਮਤਲਬ ਦਿੱਲੀ ਦੇ ਵਿੱਚ ਬਹੁਤ ਵੱਡੇ ਬਿਜ਼ਨਸਮੈਨ ਹੈਗੇ ਨੇ. ਤਾਂ ਉਹਨੇ ਮੈਨੂੰ ਦੱਸਿਆ ਕਿ ਯਾਰ ਸਿੱਖਾਂ ਦੀ ਉਹ ਸਿੱਖ ਫੈਮਿਲੀ ਤੋਂ ਸੀਗੀ, ਤੇ ਉਹ ਕਹਿੰਦੇ ਵੀ ਸਿੱਖਾਂ ਦੀ ਆ ਦੇਖੋ ਵੀ ਉਹ ਕਿੱਥੋਂ ਇੱਕ ਬੋਰੀ ਜਿਹੜੀ ਸੀ ਨਾ, ਉਹੀ ਪ੍ਰੋਫਿਟ ਤੋਂ ਹੋਰ ਉਹ ਅੱਜ ਉਹ ਇੰਨੇ ਵੱਡਾ ਉਹਨਾਂ ਨੇ. ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਸਾਡੇ ਮਿਊਜ਼ੀਅਮ ਵਿੱਚ we don't, the religion is not so important because it was a community pain. It was a humanitarian crisis. ਮੈਨੂੰ ਤਾਂ ਇਹ ਲੱਗਦਾ ਕਿ ਜੇ ਰਿਲੀਜਨ ਨਾ ਹੁੰਦਾ ਤੇ ਪਾਰਟੀਸ਼ਨ ਵੀ ਨਾ ਹੁੰਦਾ. ਇਹ ਵੀ ਹੈ. ਇਹ ਇੱਕ But- ਰੀਜ਼ਨ ਸੀਗਾ ਜੀ. ਜੋ ਕਿ ਸਿੱਖਾਂ ਤੇ ਹਿੰਦੂਆਂ ਲਈ ਇੱਧਰ ਤੇ ਪਾਕਿਸਤਾਨ ਮੁਸਲਮਾਨਾਂ ਲਈ. ਉੱਥੇ ਔਰ ਸੀਗਾ ਇਹ ਕੰਪਲਸ਼ਨ ਸੀਗਾ, ਜਿਵੇਂ ਸ਼ਾਇਦ ਮੈਨੂੰ ਪਤਾ ਨਹੀਂ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਨਹੀਂ, ਕਿ ਇਹ ਕੰਪਲਸ਼ਨ ਸੀਗਾ ਸਿਰਫ ਪੰਜਾਬ 'ਚ ਰਹਿਣ ਵਾਲੇ ਮੁਸਲਮਾਨਾਂ ਲਈ. ਜਿਹੜਾ ਕੋਈ ਯੂਪੀ ਅੰਦਰ ਰਹਿ ਰਿਹਾ, ਬਿਹਾਰ ਅੰਦਰ ਰਹਿ ਰਿਹਾ, ਜਾਂ ਮੰਨ ਲਓ ਕਿਤੇ ਹੋਰ ਸਾਊਥ ਅੰਦਰ ਰਹਿ ਰਿਹਾ, ਉੱਥੇ ਦੇ ਮੁਸਲਮਾਨਾਂ ਲਈ ਕੰਪਲਸ਼ਨ ਨਹੀਂ ਸੀਗਾ ਕਿ ਉਹ ਇੰਡੀਆ ਛੱਡ ਕੇ ਪਾਕਿਸਤਾਨ ਜਾਣ. ਪਰ ਜੋ ਪੰਜਾਬ ਦਾ ਪਾਰਟੀਸ਼ਨ ਹੋਇਆ ਸੀ, ਉਹਦੇ ਵਿੱਚ ਇੱਕ ਕੰਪਲਸ਼ਨ ਸੀਗਾ ਕਿ ਜਿਹੜੇ ਸਿੱਖ ਪਾਕਿਸਤਾਨ ਵਾਲੇ ਪੰਜਾਬ 'ਚ ਰਹਿ ਰਹੇ ਨੇ, ਦੇ ਕੰਪਲਸਰੀਲੀ ਹਿੰਦੂ ਤੇ ਸਿੱਖ ਦੋਨਾਂ ਨੂੰ ਹਿੰਦੁਸਤਾਨ ਵਾਲੇ ਪੰਜਾਬ 'ਚ ਆਉਣਾ ਪੈਣਾ, ਤੇ ਜਿਹੜੇ ਪੰਜਾਬ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਰਹਿ ਰਹੇ ਨੇ, ਉਹ ਸਾਰਿਆਂ ਨੂੰ ਇੱਥੋਂ ਛੱਡ ਕੇ
ਪਾਕਿਸਤਾਨ ਵਾਲੇ ਪੰਜਾਬ ਜਾਣ। ਸੋ ਦੈਟ ਵਾਸ ਅ ਕੰਪੈਰੀਸ਼ਨ। ਬਾਕੀ ਪੂਰੇ that's not correct actually. ਹਾਂਜੀ ਤੁਸੀਂ ਦੱਸੋ। Hanji, because no, this is a common perception, but it's not correct because we have again evidence in the museum that it was not a compulsory thing. A lot of people decided to stay on, and I won't say a lot, but there were, you know, sections of each community Right. that decided to stay on wherever they were. It wasn't easy for them. I mean, I'm not saying कि जो Muslim, you know, the Muslims who stayed on in Punjab or the Sikhs who stayed on in Pakistan I had think it ਜੋ ਮੈਂ easy. ਕਹਿਣਾ ਚਾਹੁੰਦਾ ਸੀ ਔਰ ਤੁਸੀਂ ਵੀ ਉਸ ਤੋਂ And one more related thing is that the migration took place in UP also because we have recorded stories जहाँ से वो families divide हो गई, कुछ रहीं, मतलब in a large family you will find that one portion stays here and one portion goes to the other side. It happened. ਇਹ ਹੋਇਆ So ਕਿਉਂਕਿ ਉਹਦੇ ਕੋਲ 4 ਭਰਾ ਸੀ ਤੇ 1000 ਕਿੱਲੇ ਜਗ੍ਹਾ ਸੀ ਤੇ ਉਹ ਇੱਕ ਭਰਾ ਕਹਿੰਦਾ ਜੀ ਮੈਂ ਮੁਸਲਮਾਨ ਬਣ ਜਾਵਾਂਗਾ ਤੇ ਮੈਂ ਪਾਕਿਸਤਾਨ 'ਚ ਹੀ ਰਵਾਂਗਾ 1000 ਕਿੱਲੇ exactly. ਦਾ ਤੁਸੀਂ ਜੋ ਮਰਜ਼ੀ ਕਰੋ. So ਬਿਲਕੁਲ this was a recorded thing, and there are writers, authors who have recorded this. Even somebody like Urvashi Butalia, even her grandmother stayed on, and you know, in I think grandmother or grandfather, I forget, but one of family members stayed on and converted in you know, and in Lahore. And even from our family, I don't know their names, I don't know where they are, but we know. My parents used to say कि हाँ, there are family members who are probably still there. They converted and they stayed on. Gee. But I'm saying something else. I'm saying in India, we have stories of twin brothers, for example, you know, and one grew up in Pakistan, one grew up in India. It's a real life story. It's a real life story. So it's like those things also happen. I'll tell you the first exhibition that we did, one of the first, which was held at the India Art Fair. And that time, as I said, we started with no money. ਸਾਡੇ ਕੋਲ ਮੁਸ਼ਕਿਲ ਦੇ ਨਾਲ ਸ਼ਾਇਦ 50,000 ਰੁਪਏ ਸੀਗੇ, ਕਿਸੇ ਨੇ ਦਿੱਤੇ ਸਾਨੂੰ ਕਿ ਅੱਛਾ ਤੁਸੀਂ ਇੱਕ ਸਟਾਲ ਲੈ ਲਓ. So anyway, they took pity on us and they said ਅੱਛਾ ਠੀਕ ਹੈ, ਅਸੀਂ ਤੁਹਾਨੂੰ ਇੱਕ ਸਟਾਲ ਦੇ ਦਿੰਦੇ ਹਾਂ ਇੱਥੇ. And it cost us 50,000 to run that stall for 5-6 days, whatever the exhibition time was. और कुछ चीज़ें हमें लगानी थी, किसी ने कुछ दे दिया, किसी ने. But we put up a mini exhibition. You cannot imagine. It was a small room, but it was full up all the time. मतलब ਹੁਣ ਕੋਈ 8-10 ਸਾਲ ਦੀ ਗੱਲ ਹੈਗੀ. And rather than people going to all ਬਹੁਤ ਵੱਡੇ ਉੱਥੇ ਆਰਟਿਸਟ ਸੀਗੇ ਜਿਨ੍ਹਾਂ ਦੀ ਐਗਜ਼ੀਬਿਸ਼ਨ ਸੀਗੀ, but ours was always full, right. Because we had put up a camera and we said you can come and record your story here if you want, for our, you know, partition story. So everybody, you know, we had from Arun Puri to Barkhada to everybody walking in and recording their stories, the family, the story, or whatever. But what I'm trying to say is that there was one lady who walked in and she came from Lucknow, you know, and she was saying immediately she wrote out a check for us and gave it, and she's pehli galte hai because at last somebody has done something which is so close to my heart. Because she said my family lives in Pakistan and I only get to meet them once a year when either we go to London or we go to Dubai, you know. And we have a family reunion because I think maybe those were difficult years I'm talking about, and she said we cannot go across the border and meet them. So मैं उधर उनको जाके मिलती हूँ. So for me it's like, you know, and she says every morning I get up and I cry. She's an elderly lady and she said मैं इतना रोती हूँ कि देखो हमारा घर कैसा था और वो उधर चले गए, हम इधर रह गए. And it was such a full household. So families stayed on also, not just for businesses and everything, but they were part of India. ਨਾਲੇ ਉਹਨਾਂ ਨੂੰ ਆਪਣੇ ਇਲਾਕੇ ਤੋਂ ਜੋ ਪਿਆਸੇ ਜਿਹੜੇ ਮੁਲਤਾਨੀ ਨੇ, ਉਹ ਮੁਲਤਾਨ ਦੇ ਜਾਂ ਸਿੰਧ ਵਾਲੇ ਸਿੰਧੀ ਪੋਪੂਲੇਸ਼ਨ ਬਹੁਤ ਸਾਰੀ ਜਿਹੜੀ ਆਈ ਸੀ, ਉਹ ਉਹਨਾਂ ਦਾ ਜੋ ਇਲਾਕੇ ਨਾਲ ਪਿਆਰ ਸੀਗਾ. ਤਾਂ ਇਸ ਕਰਕੇ ਅਸੀਂ ਅੱਜ ਵੀ ਦੇਖਾਂਗੇ ਉਹਨਾਂ ਦੇ ਜਿਹੜੇ ਕੰਮਕਾਜ ਨੇ, ਉਹ ਕਿਸੇ ਨੇ ਮੁਲਤਾਨੀ ਸ਼ੌਪ ਲਿਖਿਆ ਹੋਇਆ, ਕਿਸੇ ਨੇ ਲਾਹੌਰੀ ਸ਼ੌਪ ਲਿਖਿਆ, ਸਭ ਗੁਜਰਾਂਵਾਲਾ ਇਹ वो मिठाई. But we did one thing which I am extremely happy and you can say very proud of, is the fact that you know, the Sindhi, this community, which is such again a hard working community, बहुत मेहनती, बहुत successful, but
I always used to feel bad because ਜਦੋਂ ਅਸੀਂ museum ਉੱਥੇ ਕੀਤਾ in Amritsar, then we did a big sort of an event for Sindhis because it comes in our national anthem, Punjab, Sindh, Gujarat, Maratha. जी. So I said, but where is Sindh? We keep on saying, chalo थोड़ा जिहा पंजाब हैगा, थोड़ा जिहा बंगाल हैगा, but we have no Sindh. Right. So Sindh let's पूरा get उधर चला गया. हाँ, वो तो पूरा का पूरा उत्थे रह गया, the homeland. So then we did a sort of a get together for them, and I said, we have no money to call you or pay for your flights, but you please come and we'll sing the Madam Mast Kalandar, we'll have Punjab, the Sindhi Kadi, you can go to the Golden Temple because they also जी, Guru जी. Nanak Dev worship. हाँ जी. So the community came on their own, and for 3 days they said this has never been done before. They were exchanging stories, having so much interaction, talking about their parents, grandparents. So unade through phir ye idea aaya. I told them, I said that like, any one of you can support me in this. Would love to set up a Sindhi gallery, somehow. Te assi ਇੱਥੇ ਦਿੱਲੀ ਚ ਖੋਲੀ ਹੈਗੀ ਜੀ. It's the only gallery in the world again, like the two partition museums are only one in the world which are dedicated to the partition, and the only Sindhi gallery in the world where it's called the Lost Homeland of Sindh. So it talks only about the heritage and the culture, and of course because the rest of the museum talks about the greater narrative of the partition, but us gallery which we have kive rende sige, their music, their art, so many people come from all over the world जी, to visit the Sindhi gallery, all the Sindhis, because they feel ke ek to jagah hai na that they can जी. remember their homeland. जी. So that is so touching, and it's wonderful that there's a trust that helped us do this, another lady who joined hands with us and an organization. So a lot of our work is done through CSR, corporate social responsibility now. When we started there was no such thing. जी. पर ਹੁਣ ਕਦੀ ਸਾਨੂੰ ਪੈਸੇ ਮਿਲ ਜਾਂਦੇ ਨੇ. ਜਦੋਂ ਤੁਸੀਂ ਸਭ ਕੁਝ ਸਟੈਬਲਿਸ਼ ਕਰ ਲਿਆ, ਵੱਡੇ ਹੋ ਗਏ, ਤਾਂ ਬਾਕੀ ਪਰ ਸ਼ੁਰੂਆਤ ਹੁਣੇ- ਅੰਦਰ ਤਾਂ ਲੋਕਾਂ ਨੇ ਦਿੱਤੀ. ਲੋਕਾਂ ਨੇ ਦਿੱਤੇ ਕੁਝ ਇੰਜ ਵੀ ਸੀਗੇ ਜੇ they got so moved, corporate houses, they'd say ਅੱਛਾ ਅਸੀਂ ਤੁਹਾਨੂੰ ਇੰਨਾ ਪੈਸਾ ਦੇ ਦਿੰਦੇ ਨੇ, and then we would name a gallery after them or something. ਮਤਲਬ we had to look at every aspect. ਪੈਸੇ ਦੀ ਲੋੜ ਹੈਗੀ ਹੱਲੇ ਵੀ, we need the money because we have a staff. I'm a volunteer. ਮੈਂ ਤੇ ਕਦੀ ਇਹਦੇ ਵਿੱਚੋਂ ਕੁਝ ਵੀ ਨਹੀਂ ਲਿੱਤਾ ਹੈਗਾ, neither me nor my other trustees. We have only put in all our hard work. जी. Even my daughter gave up her job in order to come and work on it for 3 years to help us set up the museum because we ਬਹੁਤ needed ਖਰਚੇ ਹੁੰਦੇ volunteers. electricity is expense, staff is expense, ਨਹੀਂ. cleaning is expense, maintenance. ਹਾਂਜੀ. So ਉਹ ਸਾਰੇ ਲਈ ਬਹੁਤ Please ਮਸਲਾ ask ਹੁੰਦਾ your darshak ਨਹੀਂ, ਇਹ ਇਹਨਾਂ ਨੂੰ ਅਸੀਂ- ਜ਼ਰੂਰ ਕਹੋ ਕਿ ਅਗਰ firstly of course if they want to share any narratives with us we are very happy. ਜ਼ਰੂਰ ਆਉਣ ਸਾਨੂੰ ਦੱਸ ਕੀ narratives ਹੈਗੇ, stories ਹੈਗੇ, through you maybe they can write to us, and then if they want to donate we can give them some options because we accept things also ना. हमारी तो इतनी चीजें हैं कि जरूरत है कुछ ना कुछ ਮੈਂ ਉੱਥੇ ਕੁਝ ਸਿੱਕੇ ਦੇਖੇ ਸੀ ਪੁਰਾਣੇ, ਤੇ ਮੈਂ ਬਹੁਤ ਹੀ ਹੈਰਾਨ ਸੀਗਾ. ਉੱਥੇ ਪੁਰਾਣੀ ਆਰਮੀ ਦੀ ਫੋਟੋਜ਼ ਲੱਗੀਆਂ ਹੋਈਆਂ ਜਿਹੜੀਆਂ ਅੰਮ੍ਰਿਤਸਰ ਸਾਹਿਬ ਅੰਦਰ, ਜਿਹੜੀ ਪਾਰਟੀਸ਼ਨ ਤੋਂ ਪਹਿਲਾਂ ਆਰਮੀ, ਇੰਡੀਅਨ ਆਰਮੀ ਸੀ, ਜਿਹਦੇ ਚ ਪਾਕਿਸਤਾਨ ਦੇ ਵੀ ਸਾਰੇ ਲੋਕ ਸੀਗੇ. ਜੀ ਜੀ ਜੀ. ਸੋ ਡੈਫੀਨੇਟਲੀ ਜੇ ਦਰਸ਼ਕੋ ਤੁਸੀਂ ਅਮਰੀਕਾ, ਕੈਨੇਡਾ, ਪੂਰੇ ਵੈਸਟਰਨ ਵਰਲਡ ਅੰਦਰ ਜਿੱਥੇ ਵੀ ਕੰਮਕਾਰ ਤੋਂ ਚੜ੍ਹਦੀ ਕਲਾ 'ਚ ਹੋ, ਤੇ ਸਟੋਰੀਜ਼ ਨੂੰ ਪ੍ਰੀਜ਼ਰਵ ਕਰਨਾ, ਕਿਉਂਕਿ ਜੇ ਸਾਡੀ ਸਟੋਰੀਜ਼ ਹੋਣਗੀਆਂ ਉੱਥੇ ਹੀ ਸਾਡੀ ਜੜ੍ਹਾਂ ਨੇ. I'll give you the address. They can even email us. Our team will be happy to connect with them. जी, है ना? जी, Maybe sure. at the end of this, I'll give ਹਾਂ, you my ਮੈਂ card. ਤੁਹਾਡਾ ਉਹਦੇ ਸਾਡਾ ਜਿਹੜਾ ਡਿਸਕ੍ਰਿਪਸ਼ਨ ਹੁੰਦਾ ਪੋਡਕਾਸਟ ਦਾ, ਉਹਦੇ ਚ ਆਪਾਂ ਮੈਂਸ਼ਨ ਕਰ ਦਾਂਗੇ ਤਾਂ ਕਿ ਜੋ ਲੋਕ ਜਾਂ ਜਿਨ੍ਹਾਂ ਕੋਲ ਆਪਣੇ ਬਜ਼ੁਰਗਾਂ ਦੀ ਕੋਈ ਇਹ ਜੀ ਯਾਦ ਹੋਵੇ, ਜੋ ਕਈਆਂ ਨੂੰ ਤਾਂ ਇਸ ਤਰ੍ਹਾਂ ਦਾ ਵੀ ਲੱਗਦਾ ਹੈ ਨਾ, ਕਾਫੀ ਸਮੇਂ ਬਾਅਦ ਪੁਰਾਣੀਆਂ ਚੀਜ਼ਾਂ ਉਹ ਕਬਾੜੀ ਨੂੰ ਦੇ ਦਿੰਦੇ, ਹਾਂ, ਨਹੀਂ ਜਦ ਕਿ ਦੇਣਾ। ਇਹ ਨਹੀਂ ਪਤਾ ਕਿ ਇਹਦਾ ਕਿੰਨੀ ਵੱਡੀ ਸਟੋਰੀ ਹੈਰੀਟੇਜ ਨਾਲ ਜੁੜਿਆ ਹੋਇਆ. ਜੀ ਜੀ. ਸੋ ਇਸ ਤਰ੍ਹਾਂ ਦੀ ਉਹ ਜਿਹੜੀ ਫੁਲਕਾਰੀ ਦੀ ਤੁਸੀਂ ਗੱਲ ਕੀਤੀ ਕਿ ਇੱਕ ਕੁੜੀ ਨੂੰ ਮੁਸਲਿਮ ਜੈਂਟਲਮੈਨ ਨੇ ਉਹਨੇ ਬਚਾਇਆ ਸੀ, ਤੇ ਉਹਦੀ ਉਹ ਫੁਲਕਾਰੀ ਸੀ ਜਿਹੜੀ ਉਹਨਾਂ ਨੇ ਤੁਹਾਡੇ ਤੇ ਡੋਨੇਟ ਕੀਤੀ. ਜੀ ਜੀ ਜੀ. ਸੋ ਇਹ ਸਟੋਰੀਜ਼ ਆ ਮੱਟੀ ਤੇ ਘੜੇ, everything for us it's precious ਜੀ. because this was carried across the border. ਜੀ and it's a genuine article which has been donated. ਔਰ ਉਹ ਲੋਕੀ ਜਿਨ੍ਹਾਂ ਨੇ ਸਾਨੂੰ ਡੋਨੇਟ ਕੀਤਾ ਹੈਗਾ ਉਹ ਤੇ ਹੁਣ ਗੁਜ਼ਰ ਗਏ, ਉਹਨਾਂ ਦੀ ਸਟੋਰੀ
it's only told through that ਕਿ ਇੱਕ ਭੈਣ this- ਸੀ, ਉਹਨਾਂ ਦੇ ਪਿਤਾ ਜੀ ਉੱਥੇ ਵੈਦ ਸੀਗੇ ਪਾਕਿਸਤਾਨ ਚ, yes, ਸ਼ਾਇਦ yes, ਤੁਹਾਨੂੰ ਵੀ ਧਿਆਨ ਹੋਏਗਾ। ਉਹ ਫਿਰ ਇੱਥੋਂ ਜਦੋਂ ਦਵਾਈ ਭੇਜਦੇ ਸੀ, ਕਿਉਂਕਿ ਦਵਾਈ ਏਦਾਂ ਭੇਜਣਾ ਅਲਾਉਡ ਨਹੀਂ ਸੀਗੇ, ਉਹ ਜਿਹੜੇ ਸੀਗੇ ਯੂਨਾਨੀ ਵੈਦ ਸੀਗੇ, ਤੇ ਉਹਨਾਂ ਨੇ ਉਹ ਫਿਰ ਤਰੀਕਾ ਕੱਢਿਆ ਵੀ ਉਹ ਖਿਡੌਣੇ ਬਣਾਉਂਦੇ ਸੀਗੇ, ਉਹਦੇ ਵਿੱਚ ਡਾਲਦੇ ਸੀਗੇ ਉਹਦੇ ਵਿੱਚ ਪਾ ਕੇ ਦਵਾਈ ਭੇਜਦੇ ਸੀਗੇ, ਕਿਉਂਕਿ ਉੱਥੇ ਦੇ ਮਰੀਜ਼ ਤਾਂ ਇਹਨਾਂ ਤੋਂ ਵੈਦ ਸਾਹਿਬ ਤੋਂ ਦਵਾਈ ਲੈਂਦੇ। ਜੀ। ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਚੀਜ਼ਾਂ ਨੇ। ਸੋ ਜੇ ਤੁਹਾਡੇ ਘਰ ਜਾਂ ਤੁਹਾਡੀ ਜਾਣਕਾਰੀ ਅੰਦਰ ਕੋਈ ਹੋਣ ਤੇ ਅਸੀਂ ਬਾਇਓ ਅੰਦਰ ਐਡਰੈਸ ਦਵਾਂਗੇ, ਈਮੇਲ ਆਈਡੀ, ਤੁਸੀਂ ਕਨੈਕਟ ਕਰ ਸਕਦੇ। ਸੋ ਭੈਣ ਜੀ, ਮੈਂ 2 ਜ਼ਰੂਰੀ ਕੁਐਸਚਨਸ ਤੇ ਆਵਾਂਗਾ। ਇੱਕ ਤਾਂ ਜਿਹੜੀ ਗੈਲਰੀ ਆਫ ਹੋਪ ਹੈ ਤੁਹਾਡੀ, ਜੀ, ਤੇ ਇੱਕ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਨਾਲੇ ਦਰਸ਼ਕਾਂ ਨੂੰ ਕਿ ਜਿਵੇਂ ਮਲੇਰਕੋਟਲਾ ਹੈ, ਜੀ, ਉਹ ਅੱਜ ਅਵਲ ਵੀ ਚ it's a- ਮੁਸਲਮਾਨ ਜਿਹੜੀ ਪੋਪੂਲੇਸ਼ਨ ਹੈ ਪੂਰੀ ਉੱਦਾਂ ਹੀ ਉੱਥੇ ਮਿਲੀ ਰਹਿੰਦੀ। ਜੁਲੀ ਹਾਂਜੀ ਰਾਈਟ। ਸੋ ਉਹ ਗੱਲ ਤੁਹਾਡੀ ਠੀਕ ਹੈ ਕਿ ਇਟ ਵਾਸ ਨਾਟ ਅ ਗਵਰਨਮੈਂਟ ਆਰਡਰ ਔਰ ਇਟ ਵਾਸ ਨਾਟ ਕੰਪਲਸਰੀ, ਬਟ ਆਈ ਥਿੰਕ ਇੱਕ ਕੰਪਲੀਟ ਕਰ ਲੈਣਾ ਚਾਹੀਦਾ ਹੈ ਕਿ ਕੰਪਲਸਰੀ ਤਾਂ ਨਹੀਂ ਸੀ, ਪਰ ਜੋ ਉਸ ਵੇਲੇ ਐਨਵਾਇਰਨਮੈਂਟ ਕ੍ਰੀਏਟ ਕੀਤਾ ਗਿਆ ਤੇ ਇਹ ਆਬਵੀਅਸ ਸੀਗਾ ਵੀ ਜਿੰਨੇ ਬਚਣਾ ਹੈ, ਹਿੰਦੂ ਪਾਕਿਸਤਾਨ 'ਚ ਨਹੀਂ ਰਹਿ ਪਾਏਗਾ ਜਿੰਦਾ, ਤੇ ਮੁਸਲਮਾਨ ਹਿੰਦੁਸਤਾਨ, ਇਸ ਤਰ੍ਹਾਂ ਦਾ এনवायरमेंट ਉਹ ਹਾਂਜੀ ਕੁਝ ਟਾਈਮ ਲਈ ਇੰਨੀ ਸੀਗਾ ਸਿਕਿਉਰਿਟੀ ਕਰਕੇ ਹੀ ਇਹ ਸਾਰੇ ਇੰਨਾ ਜ਼ਿਆਦਾ ਜੀ ਬਦਲਾਅ ਹੋਇਆ। ਪਰ ਕੁਝ ਇਲਾਕਿਆਂ 'ਚ ਬਚ ਗਏ, ਜਿਵੇਂ ਅੱਜ ਵੀ ਸਿੱਖ ਹੈਗੇ ਨੇ ਪੰਜਾਬ ਦੇ ਵਿੱਚ, ਉਹ ਉਸ ਰਿਮੋਟ ਇਲਾਕਿਆਂ ਅੰਦਰ ਬੈਠੇ ਸੀਗੇ ਉਦੋਂ ਜਿੱਥੇ ਖਬਰ ਹੀ ਨਹੀਂ ਪਹੁੰਚੀ, ਤੇ ਜਦੋਂ 4-5 ਦਿਨ ਹਫ਼ਤੇ ਬਾਅਦ ਪਤਾ ਲੱਗਿਆ ਵੀ ਆਹ ਕੁਝ ਹੋਇਆ ਹੈ, ਤੇ ਉਹ ਕਹਿੰਦੇ ਹੁਣ ਜਿੰਨੇ ਆਣਾ ਇੱਥੇ ਆ ਕੇ ਦੇਖ ਲਾਂਗੇ, ਆਪਾਂ ਹੁਣ ਜੇ ਜਾਵਾਂਗੇ ਤੇ ਪਤਾ ਨਹੀਂ I ਰਾਜ know ਕੀ ਕੁਛ ਹੋਊਗਾ। exactly ਸੋ No, ਉਹਦੇ and- ਆਰਮੀ ਨੇ ਵੀ ਕਾਫੀ ਕੰਟਰੋਲ ਲਿਆ ਬਾਅਦ ਚੋਂ ਜਿੱਦਾਂ ਚੀਜ਼ਾਂ। ਜੀ ਆਰਮੀ ਦੀ ਵੀ ਮੈਂ ਇੱਕ ਗੱਲ ਦੱਸਾਂ ਬਿਕੋਜ਼ देयर वाज सो many it was a under the British all religions were in the army, you know, it wasn't like a Hindu or a Muslim or whatever। तो ਸਾਡੇ ਮਿਊਜ਼ੀਅਮ ਵਿੱਚ ਤੁਸੀਂ ਜਾਓਗੇ ਤਾਂ ਤੁਸੀਂ ਦੇਖੋਗੇ ਉੱਥੇ ਚਿੱਠੀਆਂ ਵੀ ਹੈਗੀਆਂ। ਫॉर एग्जांपल one army officer who writes ਕਿ ਮੈਨੂੰ ਕਿਹਾ ਗਿਆ, ਮੈਨੂੰ ਚੋਇਸ ਦਿੱਤੀ ਗਈ ਹੈ ਕਿ ਮੈਂ ਪਾਕਿਸਤਾਨ ਜਾਵਾਂ, ਮੈਂ ਐਮ ਅ ਮੁਸਲਿਮ ਸੋ ਆਈ ਹੈਵ ਟੂ, ਹੀ ਸੇ ਵਾਈ ਸ਼ੁਡ ਆਈ ਲੀਵ ਮਾਈ ਬਟਾਲੀਅਨ, ਮੈਂ ਤੇ ਸਾਰੀ ਉਮਰ ਇਹਨਾਂ ਦੇ ਨਾਲ ਰਹਾ ਹੂੰ, ਤਾਂ ਹੁਣ ਮੈਂ ਕਿਉਂ ਉੱਥੇ ਜਾਵਾਂ। ਆਈ ਵਿਲ ਸੇ, ਸੋ ਯੂ ਸੀ ਦ ਆਰਮੀ and the other areas which were you know, like in the police and so on, where people had that experience already of living together in difficult circumstances, many of them did not opt to go. Ji. So he said, I don't want to go, even if in my religion I've told, and we have so many people who've risen to the very top in the army who are of Muslim origin. ਬਹੁਤ ਬਹੁਤ ਧੰਨਵਾਦ ਪੂਰਾ ਐਪੀਸੋਡ ਇੱਥੇ ਤੱਕ ਦੇਖਣ ਦੇ ਲਈ। ਹੁਣ ਆਪ ਜੀ ਨੇ 3 ਚੀਜ਼ਾਂ ਕਰਨੀਆਂ ਹਨ। ਪਹਿਲੀ ਕਿ ਤੁਸੀਂ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ। ਜਿੰਨਾ ਜ਼ਿਆਦਾ ਸਬਸਕ੍ਰਾਈਬਰ ਹੁੰਦਾ ਉਨੇ ਜ਼ਿਆਦਾ ਵਧੀਆ ਤੇ ਵੈਲਿਊਏਬਲ ਗੈਸਟ ਅਸੀਂ ਇਨਵਾਈਟ ਕਰ ਸਕਦੇ ਹਾਂ ਪੋਡਕਾਸਟ ਰਿਕਾਰਡ ਕਰਨ ਲਈ। ਦੂਜੀ ਗੱਲ, ਤੁਸੀਂ ਕਮੈਂਟਸ ਕਰਕੇ ਸਾਨੂੰ ਦੱਸੋ ਤੁਹਾਨੂੰ ਇਹਦੇ ਵਿੱਚ ਕੀ ਵਧੀਆ ਲੱਗਿਆ ਤੇ ਕੀ ਅਸੀਂ ਇੰਪਰੂਵ ਕਰ ਸਕਦੇ ਹਾਂ, ਤਾਂ ਕਿ ਜੋ ਗਲਤੀਆਂ ਅਸੀਂ ਕੀਤੀਆਂ ਨੇ ਉਹ ਅਸੀਂ ਦੁਬਾਰਾ ਰਿਪੀਟ ਨਾ ਕਰੀਏ। ਤੀਜੀ ਗੱਲ, ਇਸੇ ਤਰ੍ਹਾਂ ਜੇ ਤੁਸੀਂ ਸਾਡਾ ਪੋਡਕਾਸਟ ਵੱਧ ਲੋਕਾਂ ਨਾਲ ਸ਼ੇਅਰ ਕਰੋਗੇ ਤੇ ਗਿਆਨ ਦੀ ਰੋਸ਼ਨੀ ਜ਼ਿਆਦਾ ਵਧੇਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।